सतनाम श्री वाहिगुरु जी। मारू सोलहे महला पहला। जिस समय श्री गुरु नानक देव साहब जी महाराज रावी के किनारे श्री करतारपुर साहब विखे विराजमान सन, उस वेले मारू राग के अंदर 16-16 पौड़ियां वाले शब्द गुरु महाराज जी ने उचारण किए सन। 16-16 पदां वाले शब्दों का नाम सोलहे लिखिया है। वैसे ये पक्का नियम नहीं है। कई सोलहे 15 पौड़ियां दे, कई 17 पौड़ियां दे, कई 21 पदां दे भी हैं, पर संगिया सब दी सोलहे है। ਉਂਝ चाल चिंतर कला छंद वांग है, जो 61 मात्रा का हुंदा है। 3 पंक्तियां 16 मात्रा दियां अते अखीरली 13 मात्रा दी है। सोले जस का भी नाम है। गुरु महाराज जस रूप बाणी उचारण कर रहे ने। या सो लहे ओह तत्पद लाखरथ नूं लहे प्राप्त कराउण वाली बाणी उचारण करते हैं। या सोलहे 16 भाव 5 कर्म इंद्र, 5 ज्ञान इंद्र, 5 प्राण अते 1 मन। इन्हां 16 का अध्यास इन्हां दे विषयां नूं मारन अते अंतःकरण नूं शुद्ध करन वाला उपदेश कथन करते हैं। एक ओंकार सतगुर प्रसाद। क्योंकि प्रकरण चेंज हो रहा है, 16 बाणी प्रारंभ हो रही है, जिहड़ी काफ़ी अंगां तक चलेगी। इसलिए पंजवें पातशाह जी का निजम है, वो गुरमत के मुताबक मंगल जरूर करते हैं। एक अद्वितीय परमेश्वर ओंकार जो सर्वदा प्रकाशक है, सतगुर प्रसाद जो सतगुरां दी कृपा नाल प्राप्त हुंदा है। ये वस्तु निर्देश मंगल करके प्रभु की उस्तति की है। अगे पहले पातशाह सतगुरु नानक देव जी महाराज मारू राग विच 16 शब्द प्रारंभ कर रहे हैं। प्यार नाल सरवण करो जी। एक बार उचारण करो सतनाम श्री वाहिगुरु जी। साचा सच सोई वो परमेश्वर पिछे भूतकाल विच भी सच्चा सी, हुण वर्तमान समय विच ओही सच स्वरूप है अते अगे नूं भी ओही सच्चा आप ही रहेगा। अवर ना कोई उस तो बिना अस्थान दे विच होर कोई भी समर्थ नहीं है। अवर स्थान दे विच अवर होर कोई भी समर्थ नहीं है। जिन सिर जी जिस परमेश्वर ने ये सृष्टि सिरजना की रचना की है, तिन ही फुन गोई तिसने ही फुन पुनः अपने विच गोई दा अर्थ छुपा लई है। वैसे इसका संप्रदायी अर्थ बनता है बुलाई मिलाई छुपाई। वाहिगुरु जी ने जिहड़ी सृष्टि आप ही सिरजना की सी, आप ही पैदा की सी, उन्होंने कृपा करके आप ही बुला लिया। मतलब जदों प्रारब्ध पूरी हुई अपने विच मिला ली सृष्टि, अपने विच छुपा ली। देश भाषा अनुसार गोई नाम छुपाई दा है। फारसी विच
ਗੋਈ ਨਾਮ ਬੁਲਾਉਣ ਦਾ ਹੈ। ਸੰਸਕ੍ਰਿਤ ਵਿੱਚ ਗੋਈ ਨਾਮ ਲੁਕਾਈ ਗੁਪਤ ਕੀਤੀ ਦਾ ਹੈ। ਜਿਉ ਭਾਵੈ ਤਿਉ ਰੱਖੋ ਰਹਿਣਾ। हे ਪ੍ਰਮਾਤਮਾ, ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਸਾਨੂੰ ਕਿਰਪਾ ਕਰਕੇ ਰੱਖਣਾ ਕਰੋ। ਤੁਮ ਸਿਉ ਕਿਆ ਮੁਕਰਾਈ ਹੈ। ਉਸੇ ਪ੍ਰਕਾਰ ਹੀ ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਸਾਨੂੰ ਰੱਖਣਾ ਕਰੋ। ਉਸੇ ਪ੍ਰਕਾਰ ਹੀ ਸਾਡਾ ਰਹਿਣਾ ਹੁੰਦਾ ਹੈ। ਤੇਰੇ ਨਾਲ ਕੋਈ ਭਲਾ ਕੀ ਮੁਕਰ ਸਕਦਾ ਹੈ। ਆਪ ਉਪਾਏ ਆਪ ਖਪਾਏ। हे ਪਰਮੇਸ਼ਰ, ਤੂੰ ਆਪ ਹੀ ਪੰਜ ਤੱਤ ਪੈਦਾ ਕੀਤੇ ਨੇ। ਪੰਜ ਸੂਖਮ ਤੱਤਾਂ ਤੋਂ ਸੂਖਮ ਸ੍ਰਿਸ਼ਟੀ ਅਤੇ ਪੰਜ ਸਥੂਲ ਤੱਤਾਂ ਤੋਂ ਸਥੂਲ ਸ੍ਰਿਸ਼ਟੀ ਪੈਦਾ ਕੀਤੀ ਹੈ। ਜਾਂ ਆਪ ਹੀ ਸਭ ਜੀ ਪੈਦਾ ਕਰਦਾ ਹੈ ਅਤੇ ਆਪ ਹੀ ਸਭ ਨਾਸ਼ ਕਰ ਦਿੰਦਾ ਹੈ। ਆਪੇ ਸਿਰ ਸਿਰ ਧੰਦੇ ਲਾਏ। हे ਪਰਮੇਸ਼ਰ, ਤੂੰ ਆਪ ਹੀ ਸਭ ਜੀਵ ਸਿਰ ਬਸਿਰ ਉਹਨਾਂ ਦੀ ਵਾਸ਼ਨਾ ਦੇ ਅਨੁਸਾਰ ਕੰਮਾਂ ਕਾਰਾਂ ਵਿੱਚ ਲਾਉਣਾ ਕੀਤੇ ਨੇ। ਆਪੇ ਵਿਚਾਰੀ ਗੁਣਕਾਰੀ। हे ਪਰਮੇਸ਼ਰ, ਤੂੰ ਆਪ ਹੀ ਚੌਹਾਂ ਸਾਧਨਾਂ ਦੇ ਸੰਯੁਕਤ ਹੋ ਕੇ ਆਪਣੇ ਸਰੂਪ ਦੀ ਵਿਚਾਰ ਕਰਨ ਵਾਲਾ ਜਗਿਆਸੂ ਹੈ। ਆਪ ਹੀ ਗੁਣ ਦੇਣ ਵਾਲਾ ਉਪਕਾਰੀ ਗੁਰੂ ਰੂਪ ਹੈ। ਜਾਂ ਤੂੰ ਆਪ ਹੀ ਸਾਰਿਆਂ ਦੇ ਗੁਣ ਔਗਣਾਂ ਦੀ ਵਿਚਾਰ ਕਰਨ ਵਾਲਾ ਹੈ। ਆਪ ਹੀ ਗੁਣ ਨਾਮ ਹੈ ਵਿਸ਼ਿਆਂ ਦਾ। ਵਿਸ਼ਿਆਂ ਦੇ ਮਿਟਣ ਦੀ ਕਾਰੀ ਦਵਾਈ ਦੇ ਕੇ ਨਿਰਵਿਕਾਰ ਜੀਵਨ ਬਣਾਉਣ ਵਾਲਾ ਹੈ। ਜਾਂ ਆਪ ਹੀ ਸਰੂਪ ਦੀ ਵਿਚਾਰ ਵਾਲਾ ਉੱਤਮ ਅਧਿਕਾਰੀ ਰੂਪ ਹੈ। ਆਪ ਹੀ ਤਤਵੇਤਾ ਬ੍ਰਹਮ ਗਿਆਨੀ ਰੂਪ ਗੁਣਕਾਰੀ ਹੈ। ਆਪੇ ਮਾਰਗ ਲਾਈ ਹੈ ਅਤੇ ਆਪ ਹੀ ਜਗਿਆਸੂ ਜਨਾਂ ਨੂੰ ਪ੍ਰੇਮਾ ਭਗਤੀ ਸਹਿਤ ਗਿਆਨ ਦੇ ਰਸਤੇ ਵਿੱਚ ਲਾਉਣਾ ਕਰਦਾ ਹੈ। ਆਪੇ ਦਾਨਾ ਆਪੇ ਬੀਨਾ। हे ਪਰਮੇਸ਼ਰ, ਤੂੰ ਆਪ ਹੀ ਸਭ ਦੇ ਅੰਦਰ ਦੀ ਜਾਣਨ ਵਾਲਾ ਗਿਆਤਾ ਹੈ। ਆਪ ਹੀ ਸਭ ਦੇ ਗੁਪਤ ਕੰਮਾਂ ਨੂੰ ਬੀਨਾ ਦੇਖਣ ਵਾਲਾ ਹੈ। ਆਪੇ ਆਪ ਉਪਾਏ ਪਤੀਨਾ। ਆਪਣੇ ਆਪ ਹੀ ਸੰਸਾਰ ਨੂੰ ਉਪਾਏ ਪੈਦਾ ਕਰਕੇ ਉਸ ਉੱਪਰ ਪਤੀਜਦਾ ਹੈ, ਖੁਸ਼ ਹੁੰਦਾ ਹੈ ਕਿ ਜਗਤ ਤਮਾਸ਼ਾ ਰੂਪ ਹੈ। ਜਾਂ ਆਪੇ ਆਪ ਹੀ ਸੰਤ ਜਨਾਂ ਦੇ ਅੰਦਰ ਅਪਰੋਹ ਗਿਆਨ ਪੈਦਾ ਕਰਦਾ ਹੈ ਅਤੇ ਆਪ ਹੀ ਉਹਨਾਂ ਉੱਪਰ ਪਤੀਜਨ ਵਾਲਾ ਹੈ। ਆਪੇ ਪੌਣ ਪਾਣੀ ਬੈ ਸੰਤਰ। ਆਪ ਹੀ ਹਵਾ, ਪਾਣੀ ਅਤੇ ਅਗਨੀ, ਧਰਤੀ ਤੇ ਆਕਾਸ਼ ਆਦਿਕ ਤੱਤਾਂ ਨੂੰ ਪੈਦਾ ਕਰਨ ਵਾਲਾ ਹੈ। ਆਪ ਹੀ ਇਹਨਾਂ ਪੰਜਾਂ ਵਿਰੋਧੀ ਤੱਤਾਂ ਨੂੰ ਆਪੇ ਮੇਲ ਮਿਲਾਈ ਹੈ। ਆਪ ਹੀ ਇਹਨਾਂ ਪੰਜਾਂ ਵਿਰੋਧੀ ਤੱਤਾਂ ਨੂੰ ਇੱਕ ਮੇਲ ਵਿੱਚ ਮਿਲਾਇਆ ਹੋਇਆ ਹੈ। ਜਾਂ ਆਪੇ ਪੌਣ ਪਾਣੀ ਬੈ ਸੰਤਰ। ਆਪ ਹੀ ਪੌਣ ਦੀ ਤਰ੍ਹਾਂ ਰਜੋਗੁਣੀ, ਪਾਣੀ ਦੀ ਤਰ੍ਹਾਂ ਸਤੋਗੁਣੀ, ਅਗਨੀ ਦੀ ਤਰ੍ਹਾਂ ਤਮੋਗੁਣੀ ਜੀ ਪੈਦਾ ਕੀਤੇ ਨੇ। ਆਪੇ ਮੇਲ ਮਿਲਾਈ ਹੈ ਅਤੇ ਆਪ ਹੀ ਤਿੰਨਾਂ ਗੁਣਾਂ ਦੇ ਮੇਲ ਵਿੱਚ ਮਿਲਣ ਵਾਲਾ ਹੈ। ਜਾਂ ਆਪੇ ਪੌਣ ਪਾਣੀ ਬੈ ਸੰਤਰ। ਤੂੰ ਆਪ ਹੀ ਪੌਣ ਦੀ ਨਿਆਈ ਨਿਰਲੇਪ, ਪਾਣੀ ਦੀ ਨਿਆਈ ਸ਼ਾਂਤ ਰੂਪ ਅਤੇ ਅਗਨੀ ਦੀ ਤਰ੍ਹਾਂ ਪ੍ਰਕਾਸ਼ ਰੂਪ ਹੈ। ਆਪੇ ਮੇਲ ਮਿਲਾਈ ਹੈ। ਆਪ ਹੀ ਗੁਰਾਂ ਦੁਆਰਾ ਆਪ ਦੇ ਮੇਲ ਵਿੱਚ ਮਿਲਾਉਣ ਵਾਲਾ ਹੈ। ਆਪੇ ਸਸ ਸੂਰਾ ਪੂਰੋ ਪੂਰਾ। ਤੂੰ ਆਪ ਹੀ ਚੰਦਰਮਾ ਅਤੇ ਸੂਰਜ ਰੂਪ ਹੈ ਅਤੇ ਆਪ ਹੀ ਪੂਰਿਆਂ ਵਿੱਚੋਂ ਪੂਰਾ ਹੈ।
या चंद्रमा की तरह सतोगुण का प्रकाशक है, सूरज की तरह तमोगुण का प्रकाशक है, या आपे सस सूरा तू आप ही चंद्रमा की तरह वैराग देने वाला है, सूरज की तरह अपरोह ज्ञान देने वाला है, अते पूरो पूरा जो तेरा सरवण करने विच पूरे ने उन्हां विच मनन रूप पूर्ण है, जो मनन विच पूर्ण ने उन्हां विच निध्यासन रूप पूरा है, जो निध्यासन विच पूरे ने उन्हां विच तत्वंग दा संशोधन कराउण रूप पूरा है, अते आप ही पूर्ण जीवन मुक्तिया में पूर्ण आनंद स्वरूप है। इसी प्रकार आपे सस सूरा आप ही सतोगुण विशिष्ट अंतःकरण रूप चंद्रमा है, आप ही ज्ञान स्वरूप सूरज है, पूरो पूरा अति आप ही पूर्ण आनंद स्वरूप की प्राप्ति करने वाला पूर्ण ब्रह्मवेता रूप है। आपे ज्ञान ध्यान गुर सूरा आप ही निर्गुण स्वरूप का ज्ञान सरगुण स्वरूप का ध्यान देने वाला गुरु रूपी सूरमा है, या आप ही चित्त की चंचलताई नूं मेटण रूप ध्यान लगवा के ज्ञान रूपी करना नाल अज्ञानता के हनेरे नूं मेटण वाला गुरु रूपी सूरज है। काल जाल जम जोए न साकै हे सच्चे पातशाह जिन्हां ने साचे स्यों लिवलाई है तेरे सच्चे स्वरूप दे नाल लेबिरती लाउणा कीती है, उन्हां नूं काल जाल जम जोहे न साकै काल मौत देने वाला यमराज मौत की फाही लैके जो है तक भी नहीं सकता, क्योंकि शब्द सुने तां दूरों भागे मत मारे हर जीव बेपरवाह है। आपे पुरख आपे ही नारी ये परमेश्वर तू आप ही मर्द अति आप ही स्त्री के रूपों में वरतन वाला है। नर कहूँ नार हो अकाल उस्तद विच 10वें पातशाह के बचन। इसी तरह आपे पुरख आपे ही नारी आप ही पुरख पाविश्य रूप है अति आप ही नारी पा माया रूप है, या आपे पुरख आपे ही नारी आप ही जीव रूपी पुरख है अति आप ही अविद्या रूप नारी है, या आपे पुरख आपे ही नारी आप ही गुरु रूपी पुरख है अति आप ही सिख रूपी स्त्री है। आपे पासा आपे सारी आप ही तिना गुणा रूप पासा रूप है अति आप ही जीव रूप नर्द है। आपे पेड़ भादी जग खेले आप ही संसार रूप बाजी बन के खेलदा है अते आपे कीमत पाई है आप ही ब्रह्म रूप होके अपने स्वरूप की कीमत पाउणा कीती है। आपे पवर फुल फल तरवर तू आप ही पौरा रूप फुल फल अति वृक्ष रूप है, या आपे पवर तू आप ही जीव रूप पौरा है फुल फल तरवर जीवां दे सकाम नखिद कर्मा रूपी फुल अते सुख दुख रूपी फल रूप है अते संसार रूपी तरवर वृक्ष भी
तू आप ही है। इसे तरह आपे भवर तू आप ही जग्यासु रूप भौरा है। फुल फल तरवर आप ही वेद शास्त्र रूपी फुल। सिद्धांत रूप खुशबू ब्रह्म ज्ञान रूपी फल अते गुरु रूपी वृक्ष भी तू आप ही है। आपे जल थल सागर सरोवर तू आप ही जल पानी रूप। थल खुश्क धरती रूप समुंदर रूप अते मानस रूप है। या आपे जल थल सागर सरोवर आप ही जल दी न्यायी प्रेमी रूप है। थल दी न्यायी कनिष्ठ अधिकारी रूप है। आप ही संसार रूप समुंदर अते सदगुरु रूप मानस रूप है। आपे मछ कश करनी कार तू आप ही मछ ते कश अवतार रूप है अते इन्हां दी करनी नूं करन वाला है। या आप ही मछ पा मातलोक अते कश पा पताल लोक बनाउणा कीता है। अते आप ही सारियां दीयां करनियां ते करतव्य नूं करन वाला है। या आपे मछ कश करनी कर आप ही मछ दी न्याई प्रेम रूपी करनी करन वाला है। अते आप ही कछ दी न्याई निम्रता धारण करन वाला है। तेरा रूप न लखना जाई है। तेरा असल स्वरूप किसी पासों में जानिया नहीं जाता है। आपे दिनस आपे ही रहनी हे परमात्मा तू आप ही दिन रूप है अते आप ही रात रूप है। या आपे दिनस आपे ही रहनी तू आप ही दिन की तरह ज्ञानवान पैदा किए ने अते आप ही रात की तरह अज्ञानी जी पैदा किए ने। या आपे दिनस आपे ही रहनी आप ही दिन की न्याई अपरो ज्ञानी पैदा किए ने अते आप ही प्रेम नाल भिजी हुई अवस्था रूप रात पैदा की है जिस विच वैराग रूपी चंद्रमा चढ़िया होया है। शुभ गुणा रूप तारे चमकते ने। आप जय गुर की बैणी तू आप ही गुरां दी बाणी उपर पतीजन वाला है। या आप ही जग्यासु रूप होके गुरु दी बाणी सुनने वाला है अते आप ही तत्वेता रूप होके गुरु दी बाणी उपर पतीजन वाला है। भाव भरोसा करने वाला है। आदि जुगादि अनाहदि अनदिन तू आदि जुगाद सदा सदा या संसार दे आद मुढ़ विच जुगां दे आद विच हद तू रहत रात दिन एक रस रूप है। घट घट शब्द रजाई है अते शब्द ब्रह्म सारे घटा घटा विच तू आप ही रजाई आज्ञा करने वाला है। या आदि जुगादि अनाहदि अनदिन सारे संसार दा आद भाव अधिष्ठान रूप है। जुगादिकां विच भी व्यापक रूप है। अनाहद एक रस रूप है। अन दिन अविद्या रूपी अन रात नूं मेट के ज्ञान रूपी दिन चढ़ाउण वाला है। घट घट शब्द रजाई है आप ही ब्रह्म व्यापक रूप है अते घटा घटां दे सारे जीवां नूं अपनी आज्ञा विच चलाउण वाला है। आपे रतन अनूप अमूलो आप ही मानक रूप है। उपमा तो रहत अति अमोलक है। आपे परखे पूरा तो लो आप ही गुरु रूपी शराफ होके
ਜਗਿਆਸੂਆਂ ਨੂੰ ਪਰਖਦਾ ਹੈ। ਆਪ ਹੀ ਪੂਰਨ ਵਿਚਾਰ ਕਰਨ ਵਾਲਾ ਹੈ। ਆਪੇ ਕਿਸ ਹੀ ਕਸ ਬਖਸ਼ੇ, ਆਪ ਹੀ ਕਿਸੇ ਦੇ ਤਾਈ ਕਸਵੱਟੀ ਲਾ ਕੇ ਬਖਸ਼ ਲੈਂਦਾ ਹੈ, ਜਾਂ ਆਪ ਹੀ ਕਿਸੇ ਮਨੁੱਖ ਨੂੰ ਭਗਤੀ ਦੀ ਕਸਵੱਟੀ ਲਾ ਕੇ ਬਖਸ਼ਣਾ ਕਰਦਾ ਹੈ। ਆਪੇ ਦੇ ਲੈ ਭਾਈ ਹੈ, ਆਪ ਹੀ ਗੁਰੂ ਸਰੂਪ ਹੋ ਕੇ ਆਤਮ ਗਿਆਨ ਦਿੰਦਾ ਹੈ। ਆਪ ਹੀ ਸਿੱਖ ਰੂਪ ਹੋ ਕੇ ਇਹ ਬਖਸ਼ਿਸ਼ ਲੈਂਦਾ ਹੈ। ਆਪ ਹੀ ਸਾਰਿਆਂ ਦੇ ਮਨ ਵਿੱਚ ਪਾਉਂਦਾ ਹੈ, ਜਾਂ ਆਪ ਹੀ ਸਵਾਸਾਂ ਪਦਾਰਥਾਂ ਨੂੰ ਦਿੰਦਾ ਹੈ ਅਤੇ ਆਪ ਹੀ ਵਾਪਸ ਲੈ ਲੈਂਦਾ ਹੈ। ਆਪ ਹੀ ਭਾਈ ਪ੍ਰਕਾਸ਼ ਰੂਪ ਹੈ। ਆਪੇ ਤਨਖ ਆਪੇ ਸਾਰ ਬਾਣਾ, ਤੂੰ ਆਪ ਹੀ ਤਨਖ ਰੂਪ ਹੈ। ਆਪ ਹੀ ਬਾਣਾ ਤੀਰਾਂ ਦੇ ਸਦਰਸ਼ ਹੈ, ਜਾਂ ਆਪੇ ਤਨਖ ਆਪੇ ਸਾਰ ਬਾਣਾ, ਆਪ ਹੀ ਧਰਮ ਰੂਪੀ ਤਨਖ ਹੈ। ਆਪ ਹੀ ਭਗਤੀ ਪ੍ਰੇਮ ਰੂਪੀ ਸਰ ਸ੍ਰੇਸ਼ਟ ਬਾਣਾ ਤੀਰਾਂ ਵਾਲਾ ਹੈ, ਜਾਂ ਆਪੇ ਤਨਖ ਆਪੇ ਸਰਬਾਣਾ, ਆਪ ਹੀ ਕਾਲ ਰੂਪ ਹੋ ਕੇ ਸਭ ਦਾ ਭਾਵ ਕਰਨ ਰੂਪੀ ਤਨਖ ਪਕੜਿਆ ਹੋਇਆ ਹੈ। ਆਪ ਹੀ ਮ੍ਰਿਤੂ ਰੂਪੀ ਸਰਬਾਣਾ ਤੀਰ ਚਲਾਉਣ ਵਾਲਾ ਹੈ, ਜਾਂ ਆਪੇ ਤਨਖ ਆਪੇ ਸਰਬਾਣਾ, ਆਪ ਹੀ ਮਨ ਨੂੰ ਸ਼ੁੱਧ ਕਰਕੇ ਸਨਮੁਖ ਕਰਨ ਰੂਪੀ ਤਨਖ ਹੈ। ਆਪ ਹੀ ਪ੍ਰੇਮ ਰੂਪ ਸ੍ਰੇਸ਼ਟ ਤੀਰਾਂ ਵਾਲਾ ਹੈ। ਆਪੇ ਸੁਘੜ ਸਰੂਪ ਸਿਆਣਾ, ਆਪ ਹੀ ਈਸ਼ਰ ਰੂਪ ਹੋ ਕੇ ਸ੍ਰੇਸ਼ਟ ਘਾੜਤਾ ਨੂੰ ਕੱਢਣ ਵਾਲਾ ਹੈ। ਆਪ ਹੀ ਸੱਚ ਸਰੂਪ ਹੈ। ਆਪ ਹੀ ਸਿਆਣਪ ਵਾਲਾ ਹੈ, ਜਾਂ ਆਪ ਹੀ ਸ਼ੁਭ ਗੁਣਾਂ ਦੀਆਂ ਸ੍ਰੇਸ਼ਟ ਘਾੜਤਾ ਨੂੰ ਘੜ ਕੇ ਸਰੂਪ ਦੀ ਸਿਆਣਪ ਦੇਣ ਵਾਲਾ ਹੈ। ਕਹਿਤਾ ਭਗਤਾ ਸੁਣਤਾ ਸੋਈ, हे परमात्मा ਉਹੀ ਤੂੰ ਆਪ ਹੀ ਹੁਕਮ ਕਹਿਣ ਵਾਲਾ ਅੰਤਰਜਾਮੀ ਹੈ। ਆਪ ਹੀ ਵਕਤਵ ਕਰਨ ਵਾਲਾ ਗੁਰੂ ਰੂਪ ਹੈ। ਆਪ ਹੀ ਸੁਣਨ ਵਾਲਾ ਸਰੋਤਾ ਰੂਪ ਹੈ, ਅਤੇ ਆਪੇ ਬਣਦ ਬਣਾਈ ਹੈ। ਆਪ ਹੀ ਸੰਸਾਰ ਦੀ ਬਣਤਰ ਬਣਾਉਣਾ ਕੀਤੀ ਹੈ। ਪੌਣ ਗੁਰੂ ਪਾਣੀ ਪਿਤ ਜਾਤਾ, ਸਾਰੀ ਜਗਤ ਨੂੰ ਬਾਲਕੇ ਦਾ ਹਵਾ ਗੁਰੂ ਹੈ। ਭਾਵ ਸਭ ਦੇ ਸਵਾਸਾਂ ਨੂੰ ਚਲਾਉਣ ਵਾਲੀ ਹਵਾ ਹੈ, ਅਤੇ ਪਾਣੀ ਨੂੰ ਪਿਤਾ ਰੂਪ ਕਰਕੇ ਜਾਤਾ ਜਾਣਿਆ ਗਿਆ ਹੈ। ਉਦਰ ਸੰਜੋਗੀ ਧਰਤੀ ਮਾਤਾ, ਪੇਟ ਦੇ ਸੰਜੋਗ ਵਾਲੀ ਧਰਤੀ ਮਾਤਾ ਰੂਪ ਹੈ। ਭਾਵ ਸਭ ਪਦਾਰਥ ਧਰਤੀ ਵਿੱਚੋਂ ਹੀ ਪ੍ਰਗਟ ਹੁੰਦੇ ਹਨ। ਰਹਿਣ ਦਿਨਸ ਦੋਏ ਦਾਈ ਦਾਇਆ, ਰਾਤ ਅਤੇ ਦਿਨ ਦੋਵੇਂ ਖਿਡਾਵੀ ਅਤੇ ਖਿਡਾਵੇ ਦੀ ਤਰ੍ਹਾਂ ਨੇ। ਜਾ ਖੇਲੇ ਖੇਲਾਈ ਹੈ, ਇਹ ਦੋਵੇਂ ਸੰਸਾਰ ਨੂੰ ਬਾਲਕੇ ਨੂੰ ਖਿਡਾ ਰਹੇ ਨੇ, ਅਤੇ ਸੰਸਾਰ ਖੇਡ ਰਿਹਾ ਹੈ। ਇਸੇ ਪ੍ਰਕਾਰ ਦੂਸਰਾ ਅਰਥ ਸਰਵਣ ਕਰੋ। ਪੌਣ ਗੁਰੂ ਪਾਣੀ ਪਿਤ ਜਾਤਾ, ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਦਾ ਫਰਮਾਨ ਹੈ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲ, ਕੀਤੀ ਛੁੱਟੀ ਨਾ। ਦੂਜਾ ਅਰਥ
ਪੌਣ ਗੁਰੂ, ਗੁਰੂ ਸਾਹਿਬ ਜੀ ਪੌਣ ਦੀ ਤਰ੍ਹਾਂ ਨਿਰਲੇਪ ਨੇ, ਸੀਤਲ ਭਗਤੀ ਦੀ ਸੁਗੰਧੀ ਦੇਣ ਵਾਲੇ ਨੇ। ਪਾਣੀ ਪਿਤ ਜਾਤਾ, ਗੁਰੂ ਸਾਹਿਬ ਜੀ ਪਾਣੀ ਦੀ ਨਿਆਈ ਪਵਿੱਤਰ ਰੂਪ ਨੇ। ਜਿਵੇਂ ਪਾਣੀ ਤੋਂ ਸ੍ਰਿਸ਼ਟੀ ਉਤਪਤ ਹੁੰਦੀ ਹੈ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਇਉਂ ਗੁਰੂ ਦੇ ਉਪਦੇਸ਼ ਦੁਆਰਾ ਗੁਰਸਿੱਖੀ ਪੈਦਾ ਹੁੰਦੀ ਹੈ ਤੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਹੀ ਆਤਮਿਕ ਤ੍ਰਿਪਤੀ ਮਿਲਦੀ ਹੈ। ਗੁਰੂ ਸਾਹਿਬ ਜੀ ਸਾਡੇ ਪਿਤਾ ਦੀ ਤਰ੍ਹਾਂ ਨੇ, ਜਿਨ੍ਹਾਂ ਦੁਆਰਾ ਗਿਆਨ ਰੂਪੀ ਪੁੱਤਰ ਪੈਦਾ ਹੁੰਦਾ ਹੈ। ਮਾਤਾ ਦੀ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਹੀ ਉਦਰ ਸੰਜੋਗੀ ਧਰਤੀ ਮਾਤਾ। ਮਹਾਰਾਜ ਆਪ ਦੇ ਉਦਰ ਭਾਵ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਸੰਜੋਗ ਦੇਣ ਵਾਲੇ ਨੇ। ਮਾਤਾ ਦੀ ਤਰ੍ਹਾਂ ਗੁਰੂ ਸਾਹਿਬ ਜੀ ਹੀ ਉਦਰ ਦੇ ਅੰਦਰ, ਹਿਰਦੇ ਦੇ ਅੰਦਰ ਹੀ ਬ੍ਰਹਮ ਗਿਆਨ ਦਾ ਸੰਜੋਗ ਦੇਣ ਵਾਲੇ ਨੇ। ਧਰਤੀ ਦੀ ਤਰ੍ਹਾਂ ਖਿਮਾ ਕਰਨ ਵਾਲੇ ਹਨ। ਰਹਿਣ ਦਿਨ ਸਦੋਏ ਦਾਈ ਦਾਇਆ। ਸਤਿਗੁਰੂ ਜੀ ਰਾਤ ਦੀ ਨਿਆਈ ਨੇ। ਜਿਵੇਂ ਇੱਕ ਪੁੰਨਿਆ ਅਤੇ ਇੱਕ ਮੱਸਿਆ ਦੀ ਰਾਤ ਹੁੰਦੀ ਹੈ, ਤੇ ਪੁੰਨਿਆਂ ਦੀ ਰਾਤ ਨੂੰ ਆਕਾਸ਼ ਵਿੱਚ ਚੰਦਰਮਾ ਪੂਰਾ ਚੜਿਆ ਹੁੰਦਾ, ਤਾਰੇ ਚਮਕਦੇ ਹੁੰਦੇ ਨੇ। ਇਸੇ ਪ੍ਰਕਾਰ ਗੁਰੂ ਜੀ ਜਗਿਆਸੂ ਜਨਾਂ ਦੇ ਹਿਰਦੇ ਰੂਪ ਆਕਾਸ਼ ਵਿੱਚ ਵੈਰਾਗ ਰੂਪ ਚੰਦਰਮਾ ਚੜਾਉਣ ਵਾਲੇ ਹਨ ਅਤੇ ਸ਼ੁਭ ਗੁਣਾ ਰੂਪੀ ਤਾਰੇ ਚਮਕਾਉਣ ਵਾਲੇ ਹਨ। ਅਤੇ ਦੂਸਰੀ ਮੱਸਿਆ ਦੀ ਰਾਤ ਹਨੇਰੇ ਦੇ ਸਹਿਤ ਹੁੰਦੀ ਆ। ਇਉਂ ਗੁਰੂ ਸਾਹਿਬ ਜੀ ਸਭ ਕਲਪਨਾ ਨੂੰ ਮੇਟ ਕੇ ਜਗਿਆਸੂ ਦੀ ਨਿਰਵਿਕਲਪ ਸਮਾਧੀ ਲਗਾਉਣ ਵਾਲੇ ਨੇ। ਜਿਵੇਂ ਦਿਨ ਵੇਲੇ ਸਭ ਰਾਹ ਦਿਸ ਪੈਂਦੇ ਨੇ, ਇਉਂ ਗੁਰੂ ਜੀ ਗਿਆਨ ਦਾ ਦਿਨ ਚਾੜ ਕੇ ਸਭ ਮਜਮਾ ਸ਼ਾਸਤਰਾਂ ਦੇ ਸਿਧਾਂਤ ਰੂਪ ਰਾਹ ਦਿਖਾ ਦਿੰਦੇ ਨੇ। ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਅਵਿਦਿਆ ਰੂਪ ਦਾਈ ਦੇ ਰੋਕਣ ਦਾ ਦਾ ਆਇਆ, ਦਾ ਆ ਜਾਂਦਾ ਹੈ। ਜਾ ਖੇਲੇ ਖੇਲਾਈ ਹੈ। ਗੁਰੂ ਜੀ ਇਸ ਖੇਲ ਰੂਪ ਜਗਤ ਤਮਾਸ਼ੇ ਨੂੰ ਖਿਲਰ ਜਾਣ ਵਾਲਾ ਭਾਵ ਮਿਥਿਆ ਨਿਸ਼ਚੈ ਕਰਵਾ ਦਿੰਦੇ ਹਨ। ਆਪੇ ਮਸ਼ੂਲੀ ਆਪੇ ਜਾਲਾ। ਇਹ ਪਰਮੇਸ਼ਰ ਤੂੰ ਆਪ ਹੀ ਮੱਛੀ ਰੂਪ ਹੈ ਅਤੇ ਆਪ ਹੀ ਜਾਲ ਰੂਪ ਹੈ, ਜਾਂ ਤੂੰ ਆਪ ਹੀ ਜੀਵ ਰੂਪ ਮੱਛੀ ਹੈ ਅਤੇ ਆਪ ਹੀ ਕਾਲ ਰੂਪ ਜਾਲ ਹੈ, ਜਾਂ ਤ੍ਰਿਸ਼ਨਾਲੂ ਜੀਵ ਮੱਛੀ ਦੀ ਨਿਆਈ ਨੇ, ਉਹਨਾਂ ਨੂੰ ਮੋਹ ਰੂਪੀ ਜਾਲ ਪਿਆ ਹੋਇਆ ਹੈ। ਜਾਂ ਆਪੇ ਮਛਲੀ ਆਪੇ ਜਾਲਾ। ਤੂੰ ਆਪ ਹੀ ਜਗਿਆਸੂ ਰੂਪ ਮੱਛੀ ਹੈ ਅਤੇ ਆਪ ਹੀ ਪ੍ਰੇਮ ਰੂਪ ਜਾਲ ਪਾ ਕੇ ਆਪਣੇ ਵੱਲ ਖਿੱਚਣਾ ਕਰਦਾ ਹੈ। ਆਪੇ ਗਊ ਆਪੇ ਰਖਵਾਲਾ। ਤੂੰ ਆਪ ਹੀ ਗਾਂ ਰੂਪ ਹੈ ਅਤੇ ਆਪ ਹੀ ਉਹਨਾਂ ਗਾਵਾਂ ਦੀ ਰੱਖਿਆ ਕਰਨ ਵਾਲਾ ਹੈ। ਜਾਂ ਆਪੇ ਗਊ ਆਪੇ ਰਖਵਾਲਾ। ਆਪ ਹੀ ਧਰਤੀ ਰੂਪ ਗਊ ਹੈ ਅਤੇ ਆਪ ਹੀ ਇਸ ਦੀ ਰੱਖਿਆ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਆਇਆ ਹੈ। ਜਾਂ ਆਪ ਹੀ ਆਪੇ ਗਊ ਆਪੇ ਰਖਵਾਲਾ ਬਿਰਤੀ ਰੂਪ ਗਊ ਹੈ ਅਤੇ ਆਪ ਹੀ ਉਹਨਾਂ ਦਾ ਰਖਵਾਲਾ ਸਾਖੀ ਚੇਤਨ ਰੂਪ ਹੈ। ਸਰਬ ਜੀਆਂ ਜਗ ਜੋਤ ਤੁਮਾਰੀ। हे ਪਰਮੇਸ਼ਰ, ਸਾਰੇ ਜੀਵਾਂ ਅਤੇ ਸੰਸਾਰ ਵਿੱਚ ਤੇਰੀ ਹੀ ਚੇਤਨ ਸੱਤਾ ਰੂਪ ਜੋਤ ਫੈਲੀ ਹੋਈ ਹੈ। ਜੈਸੀ ਪ੍ਰਭ ਫਰਮਾਈ ਹੈ। हे ਪਰਮੇਸ਼ਰ, ਜਿਹੋ ਜੀ ਤੁਸੀਂ ਆਗਿਆ ਫਰਮਾਉਣਾ ਕੀਤੀ ਹੈ ਸਭ ਜੀਵ ਉਹੀ ਕਰਦੇ ਨੇ। ਜੈਸੀ ਆਗਿਆ ਕੀਨੀ ਠਾਕੁਰ ਤਿਸ ਦੇ ਮੁਖ ਨਹੀਂ ਮੋਰਿਓ। ਆਪੇ ਜੋਗੀ ਆਪੇ ਭੋਗੀ। हे ਪਰਮੇਸ਼ਰ, ਤੂੰ ਆਪ ਹੀ ਜੋਗਾ ਅਭਿਆਸੀ ਹੈ, ਆਪ ਹੀ ਪਦਾਰਥਾਂ ਦੇ ਭੋਗਣ ਵਾਲਾ ਹੋ ਰਿਹਾ ਹੈ। ਜਾਂ ਆਪੇ ਜੋਗੀ ਆਪੇ ਭੋਗੀ। ਤੂੰ ਆਪ ਹੀ ਆਪਣੇ ਸਰੂਪ ਵਿੱਚ ਬਿਰਤੀ ਜੋੜਨ ਵਾਲਾ ਹੈ ਅਤੇ ਆਪ ਹੀ ਬ੍ਰਹਮਵੇਤਾ ਰੂਪ ਹੋ ਕੇ ਆਤਮਕ ਆਨੰਦ ਨੂੰ ਭੋਗਣ ਵਾਲਾ ਹੋ ਰਿਹਾ ਹੈ। ਆਪੇ ਰਸੀਆ ਪਰਮ ਸੰਜੋਗੀ। ਤੂੰ ਆਪ ਹੀ
ਜਗਿਆਸੂ ਰੂਪ ਨਾਮ ਦਾ ਰਸ ਲੈਣ ਵਾਲਾ ਪ੍ਰੇਮੀ ਹੈ ਅਤੇ ਆਪ ਹੀ ਗੁਰੂ ਰੂਪ ਹੋ ਕੇ ਵੱਡੇ ਸੰਜੋਗੀ ਕਰਮਾਂ ਦੁਆਰਾ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਆਪੇ ਵੇ ਬਾਣੀ ਨਿਰੰਕਾਰੀ, हे परमात्मा ਤੂੰ ਆਪ ਹੀ ਵੇ ਬਾਣੀ ਦਵੈਤ ਦੀ ਬਾਣੀ ਦੀ ਪਹੁੰਚ ਤੋਂ ਰਹਿਤ, ਬੋਲਣ ਤੋਂ ਰਹਿਤ ਜਾਂ ਸੰਸਾਰ ਰੂਪ ਵੇ ਬਾਣੀ ਉਜਾੜ ਨੂੰ ਰਚਣ ਵਾਲਾ ਹੈ ਅਤੇ ਤੂੰ ਆਪ ਹੀ ਮਾਇਕੀ ਆਕਾਰਾਂ ਤੋਂ ਰਹਿਤ ਨਿਰੰਕਾਰ ਹੈ। ਨਿਰਭਉ ਤਾੜੀ ਲਾਈ ਹੈ, ਤੂੰ ਆਪ ਹੀ ਆਪਣੇ ਭੈ ਤੋਂ ਰਹਿਤ ਸਰੂਪ ਦੇ ਵਿੱਚ ਸਮਾਧੀ ਲਾਈ ਹੋਈ ਹੈ ਜਾਂ ਆਪ ਨਿਰਭਉ ਸਰੂਪ ਹੈ। ਬ੍ਰਹਮ ਵੇਤਿਆਂ ਨੇ ਤੇਰੇ ਸਰੂਪ ਦੇ ਵਿੱਚ ਸਮਾਧੀ ਲਾਈ ਹੋਈ ਹੈ। ਖਾਣੀ ਬਾਣੀ ਤੁਝੈ ਸਮਾਣੀ, ਅੰਡਜ ਜੀਰਜ ਸੇਤਜ ਉਤਪੁਜ ਰੂਪ ਤੂੰ ਆਪ ਹੀ ਖਾਣੀ ਹੈ। ਮਧਮਾ ਬੈਖਰੀ ਬਸੰਤੀ ਅਤੇ ਚਾਰ ਬਾਣੀਆਂ ਰੂਪ ਵੀ ਤੂੰ ਆਪ ਹੀ ਹੈ। ਤੁਝੈ ਹੈ ਸਮਾਣੀ ਜੋ ਤੇਰੇ ਵਿੱਚ ਹੀ ਸਮਾ ਜਾਂਦੀਆਂ ਨੇ ਜਾਂ ਤੇਰੇ ਸਰੂਪ ਦੇ ਵਿੱਚ ਭਗਤਾਂ ਦੀ ਬਿਰਤੀ ਸਮਾਈ ਹੋਈ ਹੈ। ਜੋ ਦਿਸੈ ਸਭ ਆਵਣ ਜਾਣੀ, ਜੋ ਕੁਝ ਵੀ ਸੰਸਾਰ ਵਿੱਚ ਦਿਸ ਰਿਹਾ ਹੈ ਇਹ ਸਾਰਾ ਜੰਮ ਕੇ ਆਉਣ ਵਾਲਾ ਤੇ ਮਰ ਕੇ ਜਾਣ ਵਾਲਾ ਹੀ ਹੈ। ਸਾਰੀ ਸ੍ਰਿਸ਼ਟੀ ਜਨਮ ਧਾਰ ਕੇ ਆਈ ਹੈ ਅਤੇ ਅੰਤ ਨੂੰ ਮਰ ਕੇ ਚਲੀ ਵੀ ਜਾਣੀ ਹੈ। ਸੇਈ ਸਾਹ ਸੱਚੇ ਵਪਾਰੀ, ਉਹੀ ਸੱਚੇ ਸ਼ਾਹੂਕਾਰ ਅਤੇ ਤੇਰੇ ਸੱਚੇ ਨਾਮ ਦੇ ਵਪਾਰ ਕਰਨ ਵਾਲੇ ਵਪਾਰੀ ਨੇ। ਜਿਹੜੇ ਸੰਤ ਹਨ ਉਹ ਹਰੀ ਦੇ ਨਾਮ ਦੇ ਵਪਾਰੀ ਨੇ। ਕਿ ਨਹੀਂ ਬਣ ਜਿਆ ਕਾਂਸੀ ਤਾਂਬਾ, ਕਿ ਨਹੀਂ ਲੌਂਗ ਸੁਪਾਰੀ, संतो बन जिया नाम गोविंद का, ऐसी खेप हमारी हर के नाम के व्यापारी। हीरा हाथ चढ़िया निर्मोलक, छूट गई संसारी। ये सच्चे व्यापारी हन, सतगुर बूझ बुझाई है। जिन्हां नूं गुरु साहिब जी ने तेरे स्वरूप की प्राप्ति वाली सिक्ख्या समझा दी है, वही सच्चे शाहूकार अते वही तेरे सच्चे नाम दे व्यापार करने वाले संत व्यापारी हन। शब्द बुझाए सतगुर पूरा। हे प्रभु, पूर्ण सतगुरु साहिब जी अपने उपदेश द्वारा तेरे स्वरूप नूं समझाउंदे ने। सर्व कला साचे भरपूरा, अते सच्चे प्रभु तू सब ताई व्यापक हो रहा है ਅਤੇ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਜਾਂ ਸਭ ਸ਼ਕਤੀਆਂ ਕਰਕੇ ਲਬਾਲਬ ਭਰਿਆ ਹੋਇਆ ਹੈ। ਅਫਰਿਓ ਮੇ ਪਰਵਾਹੋ ਸਦਾ ਤੂੰ, ਨਾ ਤਿਸ ਤਿਲ ਨਾ ਤੁਮਾਈ ਹੈ। ਇਹ ਪਰਮੇਸ਼ਰ ਤੂੰ ਸ਼ਕਤੀ ਬਿਰਤੀ ਕਰਕੇ ਫੜਨ ਤੋਂ ਰਹਿਤ, ਬੇਪਰਵਾਹ ਇੱਛਾ ਤੋਂ ਰਹਿਤ, ਬੇਮੁਥਾਜ ਅਤੇ ਹਮੇਸ਼ਾ ਰਹਿਣ ਵਾਲਾ ਸਰੂਪ ਹੈ। ਤੈਨੂੰ ਨਾ ਹੀ ਰੰਚਕ ਮਾਤਰ ਤ੍ਰਿਸ਼ਨਾ ਹੈ ਤੇ ਨਾ ਹੀ ਤਮਾ ਖਵਾਹਿਸ਼ ਹੈ। ਕਾਲ ਬੇਕਾਲ ਭੈ ਦੇ ਮਾਨੇ, ਉਹਨਾਂ ਦਾ ਮੌਤ ਦਾ ਸਮਾਂ ਅਤੇ ਬੇਕਾਲ ਜਨਮ ਦਾ ਸਮਾਂ ਦੋਵੇਂ ਹੀ ਸ਼ੁਦਾਈ ਹੋ ਗਏ ਹਨ, ਆ ਮਰ ਚੁੱਕੇ ਨੇ। ਸ਼ਬਦ ਸਹਿਜ ਰਸ ਅੰਤਰ ਮਾਨੇ, ਜਿਹੜੇ ਸੁਭਾਵਕ ਹੀ ਗੁਰੂ ਉਪਦੇਸ਼ ਨਾਮ ਦੇ ਰਸ ਨੂੰ ਆਪਣੇ ਹਿਰਦੇ ਦੇ ਅੰਦਰ ਮਾਣਦੇ ਹਨ। ਆਪੇ ਮੁਕਤ ਤ੍ਰਿਪਤ ਵਰਨ ਦਾਤਾ। हे परमात्मा, तू आप ही मुक्ति दे देन वाला, तृप्ति करन वाला या तृप्त स्वरूप अते ज्ञान नाम रूपी वरां दे देन वाला है। भगत भाए मन भाई है, इस करके मेरे हृदय विच तेरी प्रेमा भगती चंगी लगी है। आप निरालम गुरगम ज्ञाना, ज्ञान की गमता वाले गुरु साहिब जी द्वारा ये निश्चय हुंदा है कि हे परमात्मा, तू आप ही
ਤਿੰਨਾਂ ਗੁਣਾਂ ਤੋਂ ਅਸੰਗ ਰਹਿੰਦਾ ਹੈ। ਅਤੇ ਜੋ ਦਿਸੈ ਤੁਝ ਮਾਹੇ ਸੁਮਾਨਾ, ਜੋ ਕੁਝ ਵੀ ਦਿਸ ਰਿਹਾ ਹੈ ਉਹ ਸਭ ਕੁਝ ਤੇਰੇ ਵਿੱਚ ਹੀ ਸਮਾ ਜਾਂਦਾ ਹੈ। ਨਾਨਕ ਨੀਚ ਭਿਖਿਆ ਦਰ ਜਾਚੈ, ਮੈਂ ਦੀਜੈ ਨਾਮ ਵਡਾਈ ਹੈ। ਸਤਿਗੁਰੂ ਸਾਹਿਬ ਜੀ ਨੀਚ ਨਿਮਰਤਾ ਦੇ ਸਹਿਤ ਕਥਨ ਕਰਦੇ ਨੇ ਕਿ ਇਹ ਪ੍ਰਮਾਤਮਾ, ਮੈਂ ਤੇਰੇ ਗਿਆਨ ਰੂਪੀ ਦਰ ਵਿੱਚ ਸਥਿਤ ਹੋ ਕੇ ਜਾਂ ਤੇਰੇ ਸਤਸੰਗਤ ਰੂਪ ਦੁਆਰੇ ਤੋਂ ਇਹ ਭਿਖਿਆ ਖੈਰਾਤ ਮੰਗਦਾ ਹਾਂ। ਕੀ ਮੰਗਦਾ ਹਾਂ? ਮੈਂ ਦੀਜਾ ਨਾਮ ਵਡਾਈ ਹੈ, ਕਿ ਮੈਨੂੰ ਆਪਣੇ ਨਾਮ ਜਪਣ ਜਪਾਉਣ ਦੀ ਵਡਿਆਈ ਮਹਿਮਾ ਦੇਣਾ ਕਰੋ ਜੀ, ਬਖਸ਼ਣਾ ਕਰੋ ਜੀ। ਹਮ ਭੀਖਕ ਬੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਮੈਂ ਕਿਆ ਮੰਗੋ ਕਿਸ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਰਤਾ ਤੂੰ ਮੇਰਾ ਜਜਮਾਨ, ਇਕ ਦਖਣਾ ਹਉ ਤੈ ਪੈ ਮੰਗੋ, ਦੇਹ ਆਪਣਾ ਨਾਮ। ਹੁਣ ਅਗਲਾ ਸ਼ਬਦ ਪ੍ਰਾਰੰਭ ਕਰਦੇ ਨੇ। ਮਾਰੂ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਸਰਬ ਰੂਪ ਕਰਕੇ ਅਕਾਲ ਪੁਰਖ ਦੇ ਰੂਪ ਦਾ ਇੰਜ ਚਿੰਤਨ ਕਰਦੇ ਹਨ। ਆਪੇ ਧਰਤੀ ਤੌਲੇ ਆਕਾਸ਼, हे ਪ੍ਰਮਾਤਮਾ ਤੂੰ ਆਪ ਹੀ ਪ੍ਰਿਥਵੀ ਅਤੇ ਧੌਲਾ ਬੈਲ ਅਤੇ ਆਕਾਸ਼ ਰੂਪ ਹੈ, ਜਾਂ ਤੂੰ ਆਪ ਦੇ ਆਸਰੇ ਹੀ ਧਰਤੀ ਰੱਖੀ ਹੋਈ ਹੈ। ਆਪ ਦੇ ਆਸਰੇ ਧਰਮ ਰੂਪੀ ਧੌਲਾ ਬੈਲ ਅਤੇ ਆਕਾਸ਼ ਆਦਿਕ ਲੋਕ ਰੱਖੇ ਹੋਏ ਨੇ। ਇਸੇ ਪ੍ਰਕਾਰ ਆਪੇ ਧਰਤੀ ਤੌਲੇ ਆਕਾਸ਼, ਆਪ ਹੀ ਭੂਮਾ ਰੂਪ ਬ੍ਰਹਮ ਹੈ, ਆਪ ਹੀ ਉਜਲ ਸਰੂਪ ਹੈ ਅਤੇ ਆਪ ਹੀ ਆਕਾਸ਼ ਦੀ ਤਰ੍ਹਾਂ ਨਿਰਲੇਪ ਵਿਆਪਕ ਸਰੂਪ ਹੈ। ਇਸੇ ਤਰ੍ਹਾਂ ਆਪੇ ਧਰਤੀ ਤੌਲੇ ਆਕਾਸ਼, ਜਿਸ ਨੇ ਆਪਣੀ ਬੁੱਧ ਰੂਪ ਧਰਤੀ ਅੰਦਰ ਧੌਲ ਉਜਲ ਨਿਸ਼ਕਾਮ ਕਰਮ ਧਾਰਨ ਕੀਤੇ ਨੇ, ਉਸ ਦੇ ਹਿਰਦੇ ਅੰਦਰ ਚਿਦਾਕਾਸ਼ ਦਾ ਪ੍ਰਕਾਸ਼ ਹੋਇਆ ਹੈ। ਆਪੇ ਸਾਚੇ ਗੁਣ ਪਰਗਾਸ, ਇਹ ਸੱਚੇ ਪਰਮੇਸ਼ਰ ਤੂੰ ਆਪ ਹੀ ਜਗਿਆਸੂ ਜਨਾਂ ਦੇ ਹਿਰਦੇ ਅੰਦਰ ਸਤ ਸੰਤੋਖ ਆਦਿ ਗੁਣਾਂ ਦਾ ਚਾਨਣਾ ਕਰਨ ਵਾਲਾ ਹੈ। ਜਾਂ ਇਸੇ ਪ੍ਰਕਾਰ ਆਪੇ ਧਰਤੀ ਤੌਲੇ ਆਕਾਸ਼, ਆਪ ਹੀ ਧਰਤੀ ਵਿੱਚ ਖਿਮਾ ਤੇ ਧੌਲੇ ਦੇ ਵਿੱਚ ਉਜਲਤਾ। ਆਪੇ ਸਾਚੇ ਗੁਣ ਪਰਗਾਸ, ਅਤੇ ਨਿਸ਼ਕਾਮਤਾ ਤੇ ਆਕਾਸ਼ ਵਿੱਚ ਨਿਰਖੋਪਤਾ ਆਦਿ ਗੁਣਾਂ ਦਾ ਪ੍ਰਕਾਸ਼ ਕਰਨ ਵਾਲਾ ਹੈ, ਜਾਂ ਗਿਆਨ ਆਦਿ ਗੁਣਾਂ ਦਾ ਪ੍ਰਕਾਸ਼ ਕਰਨ ਵਾਲਾ ਹੈ। ਜਤੀ ਸਦੀ ਸੰਤੋਖੀ, ਆਪੇ ਆਪ ਹੀ ਜਤ ਰੱਖਣ ਵਾਲਾ ਜਤੀ ਹੈ। ਆਪ ਹੀ ਸਤੀ ਸਤਵਾਦੀ ਅਤੇ ਸੰਦੋਖ ਦੇ ਸਹਿਤ ਰਹਿਣ ਵਾਲਾ ਹੈ। ਇਸੇ ਪ੍ਰਕਾਰ ਜਤੀ ਸਤੀ ਸੰਤੋਖੀ, ਆਪੇ ਆਪ ਹੀ ਛੇ ਜਤੀ ਗੋਰਖ, ਦੱਤਾਤਰੇਯ, ਭੈਰੋਂ, ਭੀਸ਼ਮ ਪਿਤਾਮਾ, ਲక్ష్మణ ਅਤੇ ਹਨੂਮਾਨ ਦੇ ਅੰਦਰ ਜਾਤ ਰੂਪ ਹੋ ਕੇ ਵਿਰਾਜ ਰਿਹਾ ਹੈ। ਪ੍ਰਿਥੂ ਆਦਿਕ ਸੱਤ ਪ੍ਰਤਗੀਆਂ ਵਿੱਚ ਸੱਤ ਸਰੂਪ ਹੋ ਕੇ ਵਿਰਾਜ ਰਿਹਾ ਹੈ, ਅਤੇ ਚੁਣ ਗ੍ਰਖੀ ਆਦਿਕ ਸੰਤੋਖ ਧਾਰੀਆਂ ਵਿੱਚ ਸੰਤੋਖ ਰੂਪ ਹੋ ਕੇ ਵਿਰਾਜਮਾਨ ਹੋ ਰਿਹਾ ਹੈ। ਅਤੇ ਆਪ ਹੀ ਜਤ ਸਤ ਤੇ ਸੰਤੋਖ ਆਦਿਕ ਦੀ ਆਪੇ ਕਾਰ ਕਮਾਈ ਹੈ। ਇਹ ਸ਼ੁਭ ਗੁਣਾਂ ਦੀ ਕਾਰ ਕਮਾਉਣਾ ਕੀਤੀ ਹੈ, ਜਾਂ ਆਪ ਹੀ ਪ੍ਰੇਮਾ ਭਗਤੀ ਦੀ ਕਾਰ ਕਮਾਉਣਾ ਕੀਤੀ ਹੈ। ਜਿਸ ਕਰਨਾ ਸੋ ਕਰ ਕਰ ਵੇਖੈ, ਜਿਸ ਪਰਮੇਸ਼ਰ ਨੇ ਇਹ ਜਗਤ ਪੈਦਾ ਕੀਤਾ ਹੈ
वो रच करके पालना करके वेखना करता है, या जिस उपर परमेश्वर अपनी कृपा दृष्टि करता है सो सरवण ज्ञान करके प्रमाणगत संशय नूं निवृत्त करता है, फिर मनन ज्ञान करके परमेयगत संशय नूं नाश करता है, फिर निध्यासन करके विपरचे बुद्धि का नाश करता है, फिर तत्वंग का संशोधन करके जीव ईश की एकता करके अपने स्वरूप नूं वेख लैंदा है। जिवें कर हथ उत्ते कर हथ धर के नेड़े करके वेख लईदा, इउं अपनी आत्मा नूं नेड़े करके वेख लैंदा है। होए न मेटै साचे लेखै, सच्चे परमेश्वर दे लिखे हुए हिसाब किताब नूं कोई भी नहीं मेट सकदा, या जो सच्चे नूं लख लैंदे ने उन्हां दी आनंद नूं कोई भी नहीं मेट सकदा। आपे गने कराए आपे, परमेश्वर आप ही संसार नूं पैदा करता है अते आप ही ब्रह्मा आदिका नूं प्रेर के कराउंदा है। आपे दे वडियाई है, आप ही ब्रह्म बेतियां दे ताई अपने स्वरूप की सिखियातता प्रेमा भगती की वडियाई देना करता है। पंज चोर चंचल चित चाल है, ये सतगुरु जी जेकर ज्योति स्वरूप आप ही सब के अंदर विराजमान हो रहा तो फिर सारे उसनूं पहचान क्यों नहीं सकते। तो गुरु साहब कहते ने कि पंज चोर, पंज काम क्रोध लोभ मोह हंकार रूपी चोर ने इस देह ही अंदर। पंच चोर बस है काम क्रोध लोभ मोह हंकारा, अमृत लूट है मन मुख नहीं बूझ है, कोई न सुने पुकारा। अंधा जगत अंध वरतारा, बाज गुरु गोबारा। ये जड़े चोर चित मन नूं चंचल करके पदार्थां वल भोगां वल चलाईमान करते हैं, या चित नूं चंचलताई विच चलाउंदे ने। पर घर जो है घर नहीं पाल है, जिस करके जीव मंद वासना करके पराए कला वल तकदे ने, या पराए देवी देवतियां दे घरां नूं तकदे ने, पर सतसंगत स्वरूप रूपी हिरदे रूपी घर नूं लभदे नहीं हन। काया नगर टह टह ठेरी, ये काया शरीर रूपी नगर शहर विनाश हो जाने वाला है, अति अंत नूं टह डिग के मिट्टी खाक दी ढेरी हो जाता है। या काया नगर टह टह ढेरी, ये शरीर रूपी नगर दी पहला बालक अवस्था टह जाती है, फिर जवानी भी टह जाती है, अति अंत नूं बिरध अवस्था भी ढेरी हो जाती है। या काया नाम है बुद्धि का, काया नगर टह टह ढेरी, ये बुद्धि रूप नगरी अंदर ढाउण वाले काम क्रोध आदि विकारां करके जीव ढह जाता है। जिवें पहलवान माड़े पहलवान नूं ढा लैंदा, अते अंत नूं खाक दी ढेरी रूप हो जाता है। बिन शब्द पत जाई है, गुरु साहब जी के उपदेश की कमाई की तो बिना जीव की इज्जत चली जाती है। गुर ते बूझै तेरे भावण सूझै, जेकर कोई गुरु साहब जी तो सिक्ख्या पुछना करे तो उसनूं तिन्ने लोकां या जागृत सुपन सुखोपत तिन्ने अवस्थावां दा साखी ब्रह्म चेतन दिस पैंदा है। वो फिर मनसा मार मनै स्यों लूझै, सुतवित लोक ईखना तीनी, इत्यादि मनसा वासनावां मार के मन दे नाल ही झगड़दा है, भाव मन दियां मंदियां वासनावां मारदा रहिंदा है। गुरमुखां दा मन दे नाल ही झगड़ा रहिंदा है, मन ही नाल झगड़ा, मन ही नाल साथ, मन ही मंझ समाए। मतलब जेड़ा मन है वो मन लोचा बुराइयां गुर शब्दी वो मन होड़िया, इन्हें बुरे पासे सोचना है। ते गुरमुख इनू डंडा मार के ना झगड़ते ने भी तू चंगे पासे क्यों नहीं लगता भाई,
फिर जद ये वेखदा है कि मैं हुण हार जावांगा, फिर ये सुधर जाता है। मन तू जोत स्वरूप है अपना मूल पछान, मन हर जी तेरे नाल है गुरमती रंग मान। इस तरह गुरमुख मन नूं समझा लैंदे ने। ते या मनसा बुद्धि की चतुराई नूं मार के ते मार काम आदਿਕਾਂ ਨੂੰ मारन वास्ते मन दे नाल गुरमुख झगड़दे ने। जो तुद सेव है से तुद ही जे है। हे परमात्मा ਜਿਹੜੇ ਤੈਨੂੰ ਸੇਵੰਦੇ ਭਾਵ ਤੇਰਾ ਭਜਨ ਸਿਮਰਨ ਕਰਦੇ ਨੇ ਉਹ ਤੇਰੇ ਵਰਗੇ ਹੀ ਹੋ ਜਾਂਦੇ, ਭਾਵ ਤੇਰਾ ਹੀ ਸਰੂਪ ਹੋ ਜਾਂਦੇ। ਹਰ ਹਰ ਜਨ ਦੋਈ ਇੱਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਵਿੱਚ ਤਰੰਗ ਜਿਉ जल ही बिखै समाहे। ज्यों जल में जल आई खटाना, त्यों ज्योति संग जोत समाना। मिट गए गमन पाई विश्राम, नानक प्रभ कै सतकुरबान। यों अब तो जाए चढ़े सिंहासन, मिले है सारंग पानी। राम कबीरा एक पए है, कोई ना सकै पछाने। ओ रब दे प्यारे रब वर्गे ही ने। निरपौ बाल सिखाई है। हे परमात्मा तू आप है, तू रहत स्वरूप अते बचपन तो मित्र रूप है। आपे सुरग मछ पए आला। हे परमात्मा तू आप ही स्वर्ग देवतियां दा लोक, मछ मात लोक अते पयाला पताल लोक रचना कीते ने। या आपे सुरग मछ पए आला, आप ही स्वर्ग दी तरह दसम द्वार रचना कीता है। मात लोक की तरह त्रिकुटी अते पताल की तरह हिरदा रचना कीता है। या आप सुरग मछ पए आला, आप ही स्वर्ग की न्याई पुन्नी पुरख, मात लोक की न्याई पुन्नी पापी मिश्रत अते पताल की न्याई पापी पुरख रचना कीते ने। या आप सुरग मछ पए आला, स्वर्ग की न्याई दैवी संपदा वाले ज्ञानवान, मात लोक की तरह मध्यम जगियासु अते पताल की तरह निम्रता वाले तू सेवक आप ही रचना कीते हन। आपे जोत स्वरूपी वाला, तू आप ही प्रकाश रूप अते बल वाला है। जटा बिगड़ विकराल स्वरूपी, रूप न रेखिया काई है। बिकट भयानक ਅਤੇ ਵਿਕਰਾਲ ਡਰਾਉਣੀਆਂ ਜਟਾਂ ਵਾਲਾ ਸਰੂਪ ਰਚਨ ਵਾਲਾ ਵੀ ਤੂੰ ਆਪ ਹੀ ਹੈ। ਪਰ ਵਾਸਤਵ ਵਿੱਚ ਤੇਰਾ ਨਾ ਕੋਈ ਰੂਪ ਹੈ ਅਤੇ ਨਾ ਹੀ ਕੋਈ ਮਸ਼ ਕਸ਼ ਆਦਿਕ ਦੀ ਰੇਖਾ ਲਕੀਰ ਹੈ। भेद कते भी भेद न जाता, साम वेद रिग जजुर अथर बन। चारे वेदां वालियां ने अते अंजील तौरेत जंबूर कुरान इन्हां चारे कतीबां वालियां ने तेरा भेद नहीं जानिया। ना दिस मात पिता सुत भ्राता, ना ही ते साहब जी का कोई माता पिता है। ना ताते ना माता ना जाते ना पाता, ना कोई खास पुत्र ते ना ही भरा है। सगले सैलियों पाए समाए, सारे पहाड़ पैदा किए ने अति आप ही परलो करके समाप्त कर दिंदा है। अलख न लखना जाई है, तेरा स्वरूप लखन तो रहत है जो गुरां तो बिना शक्ति बिरती करके जानिया नहीं जाता है। कर कर था कि मीत कनेरे, मेरी बिरती देवी देवतियां रूपी बथेरे मित्र कर करके थक गई है। कोई न काट अब गुण मेरे, पर कोई भी मेरे गुणां नूं कट नहीं सकिया। सुर नर नाथ साहिब सबना सिर, देवते मनुख दैवी संपदा वाले सूरमे नौ नाथ आदिक सारियां दे सिर उपर तू ही मालक है। भाए मिले भौ जाई है, जेकर तेरा प्रेम मिल जावे तां सारा काल आदि दा डर ये चलिया जांदा है। भूले चूके मार्ग पावे है, ये परमात्मा जो अज्ञान करके तेरे स्वरूप नालों भुले होए
ਅਤੇ ਸਿਮਰਨ ਵੱਲੋਂ ਚੁੱਕ ਗਏ ਨੇ। ਬਹੁਤ ਵੱਡੀ ਜ਼ਿਆਦਾ ਗਲਤੀ ਨੂੰ ਭੁੱਲ ਕਹਿੰਦੇ ਨੇ ਤੇ ਥੋੜੀ ਗਲਤੀ ਨੂੰ ਚੁੱਕ ਕਹਿੰਦੇ ਹਨ। ਆਪ ਭੁਲਾਏ ਤੂੰ ਹੈ ਸਮਝਾਵੈ, ਉਹਨਾਂ ਨੂੰ ਜਿਹੜੇ ਭੁੱਲੇ ਨੇ ਚੁੱਕੇ ਨੇ ਉਹਨਾਂ ਨੂੰ ਤੂੰ ਗੁਰਾਂ ਦੁਆਰਾ ਭਗਤੀ ਸਹਿਤ ਗਿਆਨ ਦੇ ਰਸਤੇ ਵਿੱਚ ਪਾਉਣਾ ਕਰਦਾ ਹੈ, ਆਪੇ ਹੀ ਪਾਉਂਦਾ ਹੈ, ਮਾਰਗ ਪਾਵੈ। ਫਿਰ ਆਪ ਭੁਲਾਏ ਤੂੰ ਹੈ ਸਮਝਾਵੈ, ਤੂੰ ਆਪ ਹੀ ਜੀਵਾਂ ਦੀ ਕਰਨੀ ਅਨੁਸਾਰ ਉਹਨਾਂ ਨੂੰ ਭੁਲਾਉਂਦਾ ਵੀ ਆਪ ਹੈ ਤੇ ਆਪ ਹੀ ਸਤਿਗੁਰੂ ਰੂਪ ਧਾਰ ਕੇ ਸਮਝਾਉਂਦਾ ਵੀ ਆਪ ਹੀ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਹੋਇਆ ਹੈ ਦੁਨੀਆ ਨੂੰ ਸਮਝਾਉਣ ਖਾਤਰ। ਵੇਖੋ ਕਿੰਨੀ ਮੁਸ਼ੱਕਤ ਮਹਾਰਾਜ ਨੇ ਕੀਤੀ, ਕਿੰਨਾ ਸਫ਼ਰ ਕੀਤਾ। ਕਿਸੇ ਵੀ ਔਲੀਆ ਅਵਤਾਰ ਪੀਰ ਪੈਗੰਬਰ ਨੇ ਅੱਜ ਤੱਕ ਇੰਨਾ ਸਫ਼ਰ ਨਹੀਂ ਕੀਤਾ ਜਿੰਨਾ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕੀਤਾ ਹੈ। ਬਿਨ ਨਾਮੈ ਮੈਂ ਅਵਰ ਨ ਦੀਸੈ, ਇਹ ਪ੍ਰਮਾਤਮਾ ਤੇਰੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ ਵੀ ਤੇਰੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਦਿਸਦਾ ਨਹੀਂ ਹੈ। ਨਾਮ ਹੋਗਤ ਮਿਤ ਪਾਈ ਹੈ, ਅਤੇ ਨਾਮ ਕਰਕੇ ਹੀ ਮੁਕਤੀ ਦੀ ਮਰਿਆਦਾ ਪਾਈ ਜਾਂਦੀ ਹੈ। ਗੰਗਾ ਜਮੁਨਾ ਕੇਲ ਕੇਦਾਰਾ, ਗੰਗਾ ਨਦੀ, ਜਮਨਾ ਨਦੀ, ਕੇਲ ਬਿੰਦਰਾਵਨ, ਕੇਦਾਰਨਾਥ, ਕਾਂਸੀ ਸ਼ਿਵਜੀ ਦੀ ਪੁਰੀ, ਕਾਂਸੀ ਕਾਂਤੀਪੁਰੀ ਦੁਆਰਾ, ਅੱਜ ਕੱਲ੍ਹ ਇਹਨੂੰ ਬਨਾਰਸ ਕਹਿੰਦੇ ਨੇ। ਕਾਂਤੀ ਹਿੰਦੂਆਂ ਦੀ 7 ਪੁਰੀਆਂ ਵਿੱਚੋਂ ਇੱਕ ਪੁਰੀ ਹੈ ਤੇ ਪੁਰੀ ਪੁਰਸ਼ੋਤਮ ਜਗਨਨਾਥ ਤੇ ਦੁਆਰਾ ਦਵਾਰਕਾ ਨਗਰੀ। ਗੰਗਾ ਸਾਗਰ ਬੇਣੀ ਸੰਗਮ, ਗੰਗਾ ਸਾਗਰ ਉਹ ਹੈ ਜਿੱਥੇ ਗੰਗਾ ਸਮੁੰਦਰ ਵਿੱਚ ਜਾ ਕੇ ਸਮਾਉਂਦੀ ਹੈ, ਅਤੇ ਬੇਣੀ ਸੰਗਮ ਮਤਲਬ ਤ੍ਰਿਵੇਣੀ ਦਾ ਇਕੱਠ, ਜਿੱਥੇ ਗੰਗਾ ਜਮਨਾ ਤੇ ਸਰਸਤੀ ਤਿੰਨੇ ਨਦੀਆਂ ਮਿਲਦੀਆਂ ਨੇ। 68 ਅੰਗ ਸਮਾਈ ਹੈ, 68 ਤੀਰਥਾਦਿਕ ਦਾ ਮਹਾਤਮ ਪਰਮੇਸ਼ਰ ਨਾਲ ਅੰਗ ਕਈਏ ਪ੍ਰੇਮ ਕਰਨ ਵਾਲਿਆਂ ਦੇ ਹਿਰਦੇ ਵਿੱਚ ਸਮਾ ਜਾਂਦੀ ਹੈ। ਇਸੇ ਤਰ੍ਹਾਂ ਦੂਜਾ ਅਰਥ ਸਰਵਣ ਕਰੋ। ਗੰਗਾ ਜਮੁਨਾ ਕੇਲ ਕੇਦਾਰਾ, ਗੰਗਾ ਦੀ ਤਰ੍ਹਾਂ ਭਗਤੀ, ਜਮਨਾ ਦੀ ਤਰ੍ਹਾਂ ਉਪਾਸਨਾ, ਸਰਸਤੀ ਦੀ ਤਰ੍ਹਾਂ ਗਿਆਨ, ਸ਼ੁਭ ਗੁਣਾ ਰੂਪੀ ਕੇਲ ਬਿੰਦਰਾਵਨ, ਚਿੱਤ ਨੂੰ ਅਚਲ ਕਰਨ ਰੂਪੀ ਕੇਦਾਰਨਾਥ ਬਣਿਆ ਹੋਇਆ ਹੈ। ਕਾਂਸੀ ਕਾਂਤੀਪੁਰੀ ਦੁਆਰਾ, ਕਾਂਸੀ ਦੀ ਤਰ੍ਹਾਂ ਅਪਰੋ ਗਿਆਨ ਦੇ ਪ੍ਰਕਾਸ਼ ਸਹਿਤ ਅਵਿਦਿਆ ਨੂੰ ਕਾਂਤੀ ਕਤਲ ਕਰ ਦਿੱਤਾ ਹੈ, ਅਤੇ ਸਭ ਦੁਆਰਿਆਂ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਨੂੰ ਪੂਰਨ ਵਿਆਪਕ ਜਾਣ ਲਿਆ ਹੈ। ਗੰਗਾ ਸਾਗਰ ਬੇਣੀ ਸੰਗਮ, ਗੰਗਾ ਸਾਗਰ ਭਗਤੀ ਰੂਪ ਗੰਗਾ, ਪ੍ਰੇਮ ਰੂਪੀ ਸਾਗਰ ਦੇ ਸਹਿਤ ਪਿੜਾ ਪਿੰਗਲਾ ਤੇ ਸੁਖਮਨਾ ਰੂਪ ਤ੍ਰਿਵੇਣੀ ਦਾ ਸੰਗਮ ਬਣਿਆ ਹੋਇਆ ਹੈ, ਅਤੇ 68 ਅੰਗ ਸਮਾਈ ਹੈ। ਜੋਗੀਆਂ ਦੇ ਕਲਪੇ ਹੋਏ 68 ਘਾਟ ਆਦਿਕ ਸਾਰੇ ਸ਼ੁਭ ਗੁਣ ਉਹਨਾਂ ਦੇ ਹਿਰਦੇ ਅੰਦਰ ਹੀ ਸਮਾਏ ਹੋਏ ਹਨ, ਜਿਹੜੇ ਪਰਮੇਸ਼ਰ ਦੇ ਅੰਕ ਸਰੂਪ ਪ੍ਰੇਮ ਦੇ ਵਿੱਚ ਅਭੇਦ ਹੋਏ ਰਹਿੰਦੇ ਹਨ। ਆਪੇ ਸਿੱਧ ਸਾਧਿਕ ਵਿਚਾਰੀ, ਪਰਮੇਸ਼ਰ ਆਪ ਹੀ ਸਿੱਧੀ ਦੀ ਪ੍ਰਾਪਤੀ ਵਾਲਾ ਜੋਗੀ ਰੂਪ, ਸਾਧਨਾ ਕਰਨ ਵਾਲਾ ਜਗਿਆਸੂ ਰੂਪ ਹੈ, ਜਾਂ ਆਪ ਹੀ ਸਿੱਧ ਮੁਕਤ ਰੂਪ ਹੈ, ਆਪ ਹੀ ਵਿਵੇਕ ਵੈਰਾਗ ਆਦਿਕ ਸਾਧਨਾ ਨੂੰ ਕਰਨ ਵਾਲਾ ਹੈ, ਅਤੇ ਆਪ ਤਤਵੰਗ ਪਾਦੇ ਸੰਸ਼ੋਧਨ ਦੀ ਵਿਚਾਰ ਕਰਨ ਵਾਲਾ ਵਿਚਾਰੀ ਹੈ। ਆਪੇ ਰਾਜਨ ਪੰਚਾਕਾਰੀ, ਆਪ ਹੀ ਰਾਜਾ ਰੂਪ ਅਤੇ ਆਪ ਹੀ ਪੰਚਾਇਤ ਦੇ ਕਰਨ ਵਾਲਾ ਚੌਧਰੀ ਰੂਪ ਹੈ, ਜਾਂ ਸੰਤ ਜਨਾ 5 ਤੱਤਾਂ ਦੇ ਕਰਨ ਵਾਲਾ ਹੈ, ਜਾਂ ਆਪ ਹੀ ਆਪੇ ਰਾਜਨ ਪੰਚਾਕਾਰੀ, ਰਾਜਨ ਭਾਵ ਗਿਆਨਵਾਨ ਵੀ ਆਪ ਹੈ, ਤੇ ਆਪ ਹੀ ਸੰਤ ਜਨਾਂ ਨੂੰ ਸਤ ਸੰਤੋਖ ਆਦਿ ਗੁਣ ਬਖਸ਼ ਕੇ ਉਹਨਾਂ ਨੂੰ 5 ਵਿਸ਼ਿਆਂ ਦੇ ਮੇਟਣ ਦੀ ਦਵਾਈ ਦੇਣਾ ਕਰਦਾ ਹੈ। ਤਖਤ ਬਹਿ ਅਦਲੀ ਪ੍ਰਭ ਆਪੇ, ਪਰਮੇਸ਼ਰ ਆਪ ਹੀ ਨਿਆਂਕਾਰ ਹੋ ਕੇ ਸੰਸਾਰ ਰੂਪੀ ਤਖਤ ਉੱਪਰ ਬੈਠਦਾ ਹੈ, ਜਾਂ ਨਿਆਂਕਾਰੀ ਪਰਮਾਤਮਾ ਆਪ ਹੀ ਸਤ ਸੰਗਤ ਰੂਪ ਤਖਤ ਉੱਪਰ ਗੁਰੂ ਰੂਪ ਮਹਾਤਮਾ ਰੂਪ ਹੋ ਕੇ ਬੈਠਾ ਹੈ।
ਭਰਮ ਭੇਦ ਭਉ ਜਾਈ ਹੈ। ਉਸ ਦੀ ਕਿਰਪਾ ਨਾਲ ਹੀ 5 ਪ੍ਰਕਾਰ ਦਾ ਭੇਦ ਭਰਮ, 7 ਪ੍ਰਕਾਰ ਦਾ ਭੈ ਇਹ ਚਲਿਆ ਜਾਂਦਾ ਹੈ। ਆਪੇ ਕਾਜੀ ਆਪੇ ਮੁੱਲਾ, ਪਰਮੇਸ਼ਰ ਆਪ ਹੀ ਫੈਸਲਾ ਕਰਨ ਵਾਲਾ ਕਾਜੀ ਹੈ, ਝਗੜਾ ਨਿਬੇੜਨ ਵਾਲਾ ਕਾਜੀ ਹੈ ਅਤੇ ਆਪ ਹੀ ਬੱਚਿਆਂ ਨੂੰ ਪੜ੍ਹਾਉਣ ਵਾਲਾ ਮੁੱਲਾ ਆਲਮ ਹੈ। ਜਾਂ ਆਪੇ ਕਾਜੀ ਆਪੇ ਮੁੱਲਾ, ਆਪ ਹੀ ਸਰੂਪ ਦੀ ਪ੍ਰਾਪਤੀ ਜਾਂ ਕਰਮ ਉਪਾਸਨਾ ਗਿਆਨ ਦੀ ਅਵਸਥਾ ਦਾ ਗਿਆਤਾ ਰੂਪ ਕਾਜੀ ਹੈ ਅਤੇ ਆਪ ਹੀ ਮਨ ਰੂਪ ਬੱਚੇ ਨੂੰ ਪੜ੍ਹਾਉਣ ਵਾਲਾ ਮੁੱਲਾ ਰੂਪ ਹੈ। ਆਪ ਹੀ ਭੁੱਲ ਨ ਕਬਹੂ ਭੁੱਲਾ, ਉਹ ਆਪ ਹੀ ਭੁੱਲਣ ਤੋਂ ਰਹਿਤ ਹੈ ਅਤੇ ਨਾ ਹੀ ਕਦੇ ਆਤਮਾ ਸਰੂਪ ਤੋਂ ਭੁੱਲਾ ਹੋਇਆ ਹੈ। ਆਪੇ ਮਿਹਰ ਦਇਆ ਬਦ ਦਾਤਾ, ਕਿਰਪਾ ਕਰਨ ਵਾਲਾ ਦਾਤਾਰ ਪਰਮਾਤਮਾ ਆਪ ਹੀ ਮਿਹਰਬਾਨੀ ਕਰਕੇ ਪ੍ਰਤਿਸ਼ਠਾ ਦੇਣ ਵਾਲਾ ਹੈ ਜਾਂ ਆਪ ਹੀ ਪਿੱਛੇ ਮਿਹਰ ਕਰਨ ਵਾਲਾ ਸੀ, ਹੁਣ ਦਇਆ ਦਾ ਪਤੀ ਹੈ ਅਤੇ ਅੱਗੇ ਵੀ ਸਤਿਗੁਰੂ ਰੂਪ ਹੋ ਕੇ ਨਾਮ ਦਾ ਦਾਤਾ ਰਹੇਗਾ। ਨਾ ਕਿਸੇ ਕੋ ਬੈਰਾਈ ਹੈ, ਉਹ ਕਿਸੇ ਦਾ ਵੀ ਵੈਰੀ ਨਹੀਂ ਹੈ, ਭਾਵ ਸਭ ਦਾ ਪਿਆਰਾ ਹੈ। ਜਿਸ ਬਖਸ਼ੇ ਤਿਸ ਦੇ ਵਡਿਆਈ, ਪਰਮੇਸ਼ਰ ਜਿਸ ਦੇ ਔਗਣ ਬਖਸ਼ ਲੈਂਦਾ ਹੈ ਤਿਸ ਨੂੰ ਨਾਮ ਦੀ ਵਡਿਆਈ ਸ਼ੋਭਾ ਦੇਣਾ ਕਰਦਾ ਹੈ। ਜਾਂ ਜਿਸ ਨੂੰ ਗੁਰੂ ਰੂਪ ਹੋ ਕੇ ਨਾਮ ਬਖਸ਼ ਦਿੰਦਾ ਹੈ ਉਸ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਦੇਣਾ ਕਰਦਾ ਹੈ। ਸਭ ਸੈ ਦਾਤਾ ਤਿਲ ਨਾ ਤੁਮਾਈ, ਉਹ ਸਾਰੀਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਉਸ ਵਿੱਚ ਤਿਲ ਰੰਚਕ ਮਾਤਰ ਵੀ ਤਮੋ ਗੁਣ ਨਹੀਂ ਹੈ, ਅਗਿਆਨ ਰੂਪੀ ਹਨੇਰਾ ਨਹੀਂ ਹੈ। ਭਰਪੁਰ ਧਾਰ ਰਹਿਆ ਨੇ ਕੇਵਲ ਸ਼ੁੱਧ ਸਰੂਪ ਪਰਮੇਸ਼ਰ ਸਾਰੇ ਵਿਆਪਕ ਹੋ ਕੇ ਸਭ ਨੂੰ ਆਪ ਦੇ ਆਸਰੇ ਕਰ ਰਿਹਾ ਹੈ। ਗੁਪਤ ਪ੍ਰਗਟ ਸਭ ਠਾਈ ਹੈ, ਗੁਪਤ ਲੁਕੇ ਹੋਏ ਅਤੇ ਪ੍ਰਗਟ ਪ੍ਰਤੱਖ ਆਦਿਕ ਸੰਸਾਰ ਦੀਆਂ ਸਾਰੀਆਂ ਥਾਵਾਂ ਪਰ ਵਿਆਪਕ ਹੋ ਰਿਹਾ ਹੈ। ਜਾਂ ਗੁਪਤ ਪ੍ਰਗਟ ਸਭ ਠਾਈ ਹੈ, ਗੁਪਤ ਭਾਵ ਨਿਰਗੁਣ ਸਰੂਪ ਹੋ ਕੇ, ਪ੍ਰਗਟ ਭਾਵ ਸਰਗੁਣ ਸਰੂਪ ਹੋ ਕੇ, ਜਾਂ ਗੁਪਤ ਭਾਵ ਈਸ਼ਰ ਰੂਪ ਹੋ ਕੇ ਅਤੇ ਪ੍ਰਗਟ ਭਾਵ ਜੀਵ ਰੂਪ ਹੋ ਕੇ ਲੋਕ ਪਰਲੋਕ ਦੀਆਂ ਸਭ ਜਗ੍ਹਾ ਪਰ ਅਸਤਿਤ ਹੋ ਰਿਹਾ ਹੈ। ਕਿਆ ਸਾਲਾਹੀ ਅਗਮ ਅਪਾਰ, ਉਸ ਅਪਹੁੰਚ ਅਤੇ ਬੇਅੰਤ ਪ੍ਰਭੂ ਦੀ ਮੈਂ ਕੀ ਸਿਫਤ ਕਰਾਂ। ਉਹ ਹਮੇਸ਼ਾ ਹੀ ਅਗਮ ਅਪਾਰ ਹੈ, ਉਹ ਹਮੇਸ਼ਾ ਹੀ ਮਨ ਦੀ ਗਮਤਾ ਤੋਂ ਪਰੇ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਸਾਚੇ ਸਿਰਜਣਹਾਰ ਮੁਰਾਰ, ਉਹ ਹਮੇਸ਼ਾ ਸੱਚਾ ਤ੍ਰੈ ਕਾਲਾਬਾਦ ਰੂਪ ਹੈ, ਸਾਰੇ ਸੰਸਾਰ ਨੂੰ ਰਚਣ ਵਾਲਾ ਹੈ ਅਤੇ ਮੋਹ ਆਦਿਕ ਦੈਂਤਾਂ ਦਾ ਵੈਰੀ ਜਾਂ ਮੋਹ ਆਦਿਕ ਵੈਰੀਆਂ ਨੂੰ ਮਿਰਤੀ ਰੂੜ ਹੋ ਕੇ ਚੇਤਨ ਰੂਪ ਦੇ ਵਿੱਚ ਨਾਸ਼ ਕਰਨ ਵਾਲਾ ਹੈ। ਜਿਸ ਨੂੰ ਨਜ਼ਰ ਕਰੇ ਤਿਸ ਮੇਲੇ, ਜਿਸ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਿਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਅਤੇ ਜੋ ਪਰਮੇਸ਼ਰ ਦੇ ਮੇਲ ਦੇ ਵਿੱਚ ਮਿਲਦਾ ਹੈ, ਮੇਲ ਮਿਲੈ ਮੇਲਾਈ ਹੈ, ਉਹ ਹੋਰਨਾਂ ਨੂੰ ਪਰਮੇਸ਼ਰ ਨਾਲ ਮਿਲਾਉਣਾ ਕਰਦਾ ਹੈ। ਜਾਂ ਜਿਹੜੇ ਸ਼ੁਭ ਗੁਣਾਂ ਦੇ ਮੇਲ ਵਿੱਚ ਮਿਲੇ ਹੋਏ ਨੇ, ਮੇਲ ਮਿਲੈ ਮੇਲਾਈ ਹੈ, ਉਹ ਸਤ ਸੰਗਤ ਵਿੱਚ ਮਿਲੇ ਨੇ। ਜੋ ਸਿੱਖ ਸੰਗਤ ਦੇ ਮੇਲ ਵਿੱਚ ਮਿਲੇ ਹਨ ਉਹ ਨਾਮ ਦੇ ਮੇਲ ਵਿੱਚ ਮਿਲੇ ਨੇ, ਜਿਹੜੇ ਨਾਮ ਦੇ ਮੇਲ ਵਿੱਚ ਮਿਲੇ ਨੇ ਉਹ ਸਤਿਗੁਰਾਂ ਦੇ ਮੇਲ ਵਿੱਚ ਮਿਲੇ ਨੇ, ਜੋ ਸਤਿਗੁਰਾਂ ਦੇ ਮੇਲ ਵਿੱਚ ਮਿਲੇ ਨੇ ਉਹਨਾਂ ਨੂੰ ਆਪਣੇ ਸਰੂਪ ਦੇ ਮੇਲ ਦੇ ਵਿੱਚ ਮਿਲਾ ਲਿਆ ਹੈ। ਜਿਹੜੇ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਏ ਨੇ ਉਹ ਹੋਰਨਾਂ ਨੂੰ ਵੀ ਪਰਮੇਸ਼ਰ ਨਾਲ ਮਿਲਾਉਣ ਵਾਲੇ ਹਨ। ਬ੍ਰਹਮਾ ਵਿਸ਼ਨ ਮਹੇਸ਼ ਦੁਆਰ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਉਸ ਦੇ ਦਰ ਤੇ ਉਬੇ ਸੇਵਾ ਲਾਕੀਆਂ ਪਾਰ ਖੜੇ ਖੜੋਤੇ ਹੋਏ ਉਹਦੀ ਸੇਵਾ ਕਰਦੇ ਨੇ। ਉਹ ਪਰਮਾਤਮਾ ਇਹਨਾਂ ਦੇ ਲਖਣ ਤੋਂ ਰਹਿਤ
ਅਤੇ ਪਾਰਾਵਾਰ ਤੂੰ ਰਹਿਤ ਹੈ। ਹੋਰ ਕੀਤੀ ਦਰ ਦੀ ਸੈ ਬਿਲ ਲਾਦੀ, ਹੋਰ ਕਿਤਨੀ ਸ੍ਰਿਸ਼ਟੀ ਉਸ ਪ੍ਰਭੂ ਦੇ ਦੁਆਰ ਅੱਗੇ ਵਰਲਾਪ ਕਰਦੀ ਹੋਈ ਦਿਸਦੀ ਹੈ। ਮੈਂ ਗਣਤ ਨਾ ਆਵੇ ਕਾਈ ਹੈ, ਜਿਨ੍ਹਾਂ ਦੀ ਮੇਰੇ ਪਾਸੋਂ ਕੋਈ ਵੀ ਗਿਣਤੀ ਨਹੀਂ ਆਉਂਦੀ। ਸਾਚੀ ਕੀਰਤ ਸਾਚੀ ਬਾਣੀ, ਉਸ ਵਾਹਿਗੁਰੂ ਦੀ ਸੱਚੀ ਮਹਿਮਾ ਹੈ ਅਤੇ ਸਿਫਤ ਸਲਾਹ ਸਤਨਾਮ ਸ੍ਰੀ ਵਾਹਿਗੁਰੂ ਰੂ ਬਾਣੀ ਵੀ ਸੱਚੀ ਆ। ਹੋਰ ਨਾ ਦਿਸੈ ਵੇਦ ਪੁਰਾਣੀ, ਇਹ ਸੱਚੀ ਮਹਿਮਾ ਕੀਰਤਨ ਭਗਤੀ ਅਤੇ ਸੱਚੀ ਬਾਣੀ ਹੋਰ ਕਿਸੇ ਵੇਦਾ ਪੁਰਾਣਾ ਆਦਿਕ ਧਰਮ ਪੁਸਤਕਾਂ ਦੇ ਵਿੱਚ ਨਹੀਂ ਦਿਸਦੀ। ਉਂਜੀ ਸਾਜ ਸੱਚੇ ਗੁਣ ਗਾਵਾਂ, ਉਸ ਪਰਮੇਸ਼ਰ ਦੀ ਸ਼ਰਧਾ ਰੂਪੀ ਨਾਮ ਰੂਪੀ ਜਿਹੜੀ ਰਾਸ਼ੀ ਉਹ ਸੱਚੀ ਹੈ, ਜਿਸ ਕਰਕੇ ਮੈਂ ਸੱਚੇ ਗੁਣ ਗਾਉਂਦਾ ਹਾਂ। ਮੈਂ ਧਾਰੇ ਹੋਰ ਨ ਕਾਈ ਹੈ, ਮੈਨੂੰ ਹੋਰ ਕਿਸੇ ਦਾ ਵੀ ਆਸਰਾ ਦਿਖਦਾ ਨਹੀਂ ਹੈ। ਜੁਗ ਜੁਗ ਸਾਚਾ ਹੈ ਵੀ ਹੋਸੀ, ਉਹ ਸੱਚਾ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਵਿਆਪਕ ਹੈ ਹੁਣ ਵਰਤਮਾਨ ਸਮੇਂ ਵਿੱਚ ਵੀ ਹੈ, ਵੀ ਬੋੜੋਂ ਭੂਤਕਾਲ ਵਿੱਚ ਵੀ ਸੀ ਅਤੇ ਹੋਸੀ ਅੱਗੇ ਭਵਿੱਖਤ ਕਾਲ ਵਿੱਚ ਵੀ ਹੋਏਗਾ। ਕੌਣ ਨਾ ਮੂਆ ਕੌਣ ਨਾ ਮਰਸੀ, ਉਸ ਤੋਂ ਬਿਨਾ ਹੋਰ ਕਿਹੜਾ ਨਹੀਂ ਮਰਿਆ ਤੇ ਕਿਹੜਾ ਨਹੀਂ ਮਰੇਗਾ। ਭਾਵ ਦ੍ਰਿਸ਼ਟਮਾਨ ਸਾਰੀ ਰਚਨਾ ਨੇ ਨਾਸ਼ ਹੋ ਜਾਣਾ ਹੈ। ਨਾਨਕ ਨੀਜ ਕਹੈ ਬੇਨੰਤੀ, ਦਰ ਦੇਖੋ ਲਿਵ ਲਾਈ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਇਉਂ ਅਰਦਾਸ ਕਰੋ ਕਿ हे ਪ੍ਰਮਾਤਮਾ, ਮੈਂ ਨੀਚ ਨੀਵਾਂ ਹੋ ਕੇ ਤੇਰੇ ਪਾਸ ਕਹੈ ਬੇਨੰਤੀ ਅਰਜ਼ੋਈ ਕਹਿੰਦਾ ਹਾਂ ਕਿ ਦਰ ਦੇਖੋ ਲਿਵ ਲਾਈ ਹੈ। ਮੈਂ ਤੇਰੇ ਸਰੂਪ ਦੇ ਵਿੱਚ ਲੈ ਬਿਰਤੀ ਲਗਾ ਕੇ ਤੇਰੇ ਦਰ ਉੱਪਰ ਖਲੋਤਾ ਹਾਂ। ਤੂੰ ਮੇਰੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਹੀ ਵੇਖਣਾ ਕਰ, ਕਿਉਂਕਿ ਤੇਰੇ ਵੇਖਣ ਨਾਲ ਹੀ ਸਾਡੀ ਮੁਕਤੀ ਹੋ ਜਾਏਗੀ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਜੇ ਸਾਡੇ ਮੁਰਦਾ ਸਰੀਰ ਤੇ ਵੀ ਤੂੰ ਨਿਗਾਹ ਪਾ ਕੇ ਇੰਨਾ ਹੀ ਪੁੱਛ ਲਏਗਾ ਕਿ ਮੇਰੇ ਦਰਵਾਜ਼ੇ ਤੇ ਕੌਣ ਮਰਿਆ ਪਿਆ, ਬਸ ਇੰਨੇ ਨਾਲ ਹੀ ਸਾਨੂੰ ਯਮਦੂਤ ਛੱਡ ਕੇ ਭੱਜ ਜਾਣਗੇ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਮੁਰਦੇ ਦੀ ਬਲਦੀ ਚਿਖਾ ਵੱਲ ਬਸ ਉਂਗਲੀ ਕੀਤੀ ਸੀ, ਆਖਿਆ ਵੀ ਆਓ ਉੱਥੋਂ ਅੱਗ ਲੈ ਕੇ ਆਓ। ਜਿਹੜੇ ਗੁਰੂ ਸਾਹਿਬ ਜੀ ਦੇ ਮਾਰਨ ਨੂੰ ਪਿੱਛੇ ਦੌੜ ਰਹੇ ਸੀ ਠੱਗ, ਤੇ ਮਹਾਰਾਜ ਕਹਿੰਦੇ ਪਹਿਲਾਂ ਸਾਨੂੰ ਨਿਸ਼ਚਾ ਕਰਾ ਦਿਓ ਵੀ ਤੁਸੀਂ ਸਾਡਾ ਸੰਸਕਾਰ ਕਰੋਗੇ, ਮਾਰਨ ਤੋਂ ਬਾਅਦ ਸਾਨੂੰ ਦੱਬੋਗੇ ਨਹੀਂ, ਪਹਿਲਾਂ ਅੱਗ ਲੈ ਕੇ ਆਓ। ਜਦ ਮਹਾਰਾਜ ਦੀ ਉਂਗਲ ਹੋਈ ਤਾਂ ਮੁਰਦਾ ਰੂਹ ਨੂੰ ਯਮਦੂਤ ਛੱਡ ਕੇ ਭੱਜ ਗਏ। ਉਹਨਾਂ ਠੱਗਾਂ ਨੂੰ ਉਹ ਰੂਹ ਨੇ ਦਰਸ਼ਨ ਦਿੱਤੇ ਅਤੇ ਦੱਸਿਆ ਕਿ ਮੇਰੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਗਈ ਹੈ। ਇਉਂ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਜਦ ਕਿਰਪਾ ਦੀ ਕਟਾਖ ਮਹਾਰਾਜ ਨੇ ਪਾਈ ਤਾਂ ਦਾਸਾਂ ਦੇ ਦੁੱਖ ਦੂਰ ਹੋ ਗਏ। ਭੱਟਾਂ ਦੀ ਵੀ ਗੁਰੂ ਅੰਗਦ ਦੇਵ ਜੀ ਦੀ ਇੰਨੀ ਸ਼ਰਧਾ ਹੈ ਕਿ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਾਖੀ ਵੱਲ ਇਸ਼ਾਰਾ ਕਰਦੇ ਹੋਏ ਮਹਿਮਾ ਕਰਦੇ ਨੇ ਕਿ ਜਦ ਵੀ ਮਹਾਰਾਜ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਬਾਅਦ ਦਰਵਾਜ਼ਾ ਖੋਲ ਕੇ ਬਾਹਰ ਨਿਕਲਦੇ ਸਨ, ਜਿੱਥੇ ਵੀ ਪਹਿਲੀ ਅੰਮ੍ਰਿਤ ਵੇਲੇ ਦੀ ਨਿਗਾਹ ਪਾ ਦਿੰਦੇ ਉਹ ਕੋੜੀਆਂ ਦੇ ਕੋੜ ਚੁੱਕੇ ਜਾਂਦੇ, ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ। ਤਾਈਓ ਬੜੇ ਬੜੇ ਕੋੜੀ ਅਤੇ ਦੁਖੀ ਗੁਰੂ ਜੀ ਦੇ ਦਰਵਾਜ਼ੇ ਅੱਗੇ ਖੜੇ ਰਹਿੰਦੇ ਸਨ, ਲੈਣਾ ਲਾ ਕੇ ਮਹਾਰਾਜ ਨਿਗਾਹ ਪਾ ਕੇ ਸਭਨਾਂ ਦੇ ਦੁੱਖ ਦੂਰ ਕਰ ਦਿੰਦੇ। ਸਾਧ ਸੰਗਤ ਜੀਓ, ਭੱਟਾਂ ਨੇ ਸਵਈਆਂ ਵਿੱਚ ਮਹਾਰਾਜ ਦੀ ਮਹਿਮਾ ਲਿਖੀ ਹੈ। ਅਮੈ ਦ੍ਰਿਸ਼ਟ ਸੁਭ ਕਰ ਹਰੇ ਅਗ ਪਾਪ ਸਗਲ ਮਲ, ਕਾਮ ਕ੍ਰੋਧ ਯਾਰ ਲੋਭ ਮੋਹ, ਵਸ ਕਰੈ ਸਭੈ ਬਲ। ਸਭ ਸੁਖ ਮਨ ਵਸ ਦੁਖ ਸੰਸਾਰ ਖੋਵੈ, ਗੁਰ ਨਮ ਨਿਤ ਦਰਿਆਉ ਜਨਮ ਹਮ ਕਾਲਖ ਧੋਵੈ। ਸੁਕਹੁ ਡਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਬਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਚਰਨਾਂ ਨਾਲ ਮੁਰਦੇ ਦੀ ਹੱਡੀ ਛੂਹਣ ਤੋਂ ਉਹ
सचखंड चला गया सी, ਉਹਦੀ रूह मुक्त हो गई। उत्थे गुरुद्वारा दमदमा साहिब बनिया ते उत्थे इतिहास लिखिया होया। इसलिए महाराज सतगुरु नानक देव जी फरमाउंदे ने कि अरदास करो कि मैं नीवा हो के तेरे चरनां विच अरदास बेनती करदा हाँ, कहंदा हाँ दर देखो लिव लाई है। मैं तेरे स्वरूप च बिरती लगा के तेरे वल तेरे दर ते खलोता हाँ, ते तू मेरे वल किरपा दृष्टि नाल वेखना कर। किरपा कटाख अवलोकन कीनो दास का दुख बधारियो। इत्थे समाप्ति करते हैं जी। भुला चुका क्षमा करो, अगे तो समत बख्शो। जुग जुग साचा है भी होसी, कौन न मुआ कौन न मरसी। नानक नीज कहे बेनंदी, दर देखो लिवलाई है। वाहिगुरु जी का खालसा, वाहिगुरु जी की फतेह।